ਸੋ ਹੈਲੋ ਫਰੈਂਡਸ, ਕਿਵੇਂ ਹੋ ਤੁਸੀਂ ਸਭ? ਆਈ ਹੋਪ ਤੁਸੀਂ ਸਭ ਵਧੀਆ ਹੋਵੋਗੇ। ਲਾਸਟ ਵੀਡੀਓ ਆਪਾਂ ਗੱਲ ਕੀਤੀ ਸੀ ਬਰਥ ਐਸਫਿਕਸੀਆ ਬਾਰੇ, ਠੀਕ ਹੈ। ਸੋ ਉਹਦੇ ਬਾਰੇ ਬਹੁਤ ਕੁਝ ਅਸੀਂ ਪੜ੍ਹਿਆ ਸੀ, ਉਹ ਤੁਸੀਂ ਲਾਸਟ ਵੀਡੀਓ 'ਚ ਦੇਖਿਓ ਜਾ ਕੇ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਕਲੀਨਿਕਲ ਫੀਚਰਸ। ਬਰਥ ਐਸਫਿਕਸੀਆ ਦੇ ਵਿੱਚ ਕਿਹੜੇ ਕਲੀਨਿਕਲ ਮੈਨੀਫੈਸਟੇਸ਼ਨ ਦੇਖਣ ਨੂੰ ਮਿਲਦੇ ਨੇ। ਫਸਟ ਆਉਂਦਾ ਹੈ ਐਸਫਿਕਸੀਆ ਲਿਵਿਡਾ, ਠੀਕ ਹੈ, ਜਿਹਨੂੰ ਆਪਾਂ ਸਟੇਜ ਆਫ ਸਾਈਨੋਸਿਸ ਵੀ ਕਹਿ ਦਿੰਦੇ ਆ। ਜਦੋਂ ਬਲੱਡ ਦੇ ਵਿੱਚ ਆਕਸੀਜਨ ਲੈਵਲ ਘੱਟ ਜੇ ਬ੍ਰੇਨ 'ਚ ਜਾਂ ਮਲਟੀ ਔਰਗਨ ਦੇ ਵਿੱਚ ਆਕਸੀਜਨ ਪ੍ਰੋਪਰ ਨਾ ਜਾਵੇ, ਦੈਨ ਪੇਸ਼ੈਂਟ ਜੋ ਹੈ ਸਾਈਨੋਸਿਸ ਦਾ ਸਟੇਜ ਕੈਚ ਕਰਦਾ ਹੈ। ਸਾਈਨੋਸਿਸ ਮੀਨਸ ਸਰੀਰ ਨੀਲਾ ਪੈ ਜਾਣਾ, ਠੀਕ ਹੈ। ਇਹ ਕਿਉਂ ਹੁੰਦਾ ਹੈ? ਡਿਊ ਟੂ ਰਿਸਪੀਰੇਟਰੀ ਫੇਲੀਅਰ ਵਿਦ ਅਬਗਾਰ ਸਕੋਰ 4 to 6। ਇਹਦੇ ਵਿੱਚ ਅਬਗਾਰ ਸਕੋਰ 4 to 6 ਹੋਣਗੇ ਪੇਸ਼ੈਂਟ ਦੇ। ਸੈਕਿੰਡ ਸਟੇਜ ਆ ਸਕਦੀ ਹੈ ਐਸਫਿਕਸੀਆ ਪੈਲਿਡਾ ਔਰ ਸਟੇਜ ਆਫ ਸ਼ੌਕ। ਪੇਸ਼ੈਂਟ ਜਿਹੜਾ ਸ਼ੌਕ ਵਿੱਚ ਜਾ ਸਕਦਾ ਹੈ ਡਿਊ ਟੂ ਕੰਬਾਈਨਡ ਰੈਸਪੀਰੇਟਰੀ ਐਂਡ ਵੈਜ਼ੋਮੋਟਰ ਫੇਲੀਅਰ ਵਿਦ ਅਬਗਾਰ ਸਕੋਰ 0 to 3, ਠੀਕ ਹੈ, ਹੋਰ ਘੱਟ ਜਾਂਦਾ ਹੈ। ਪਹਿਲਾਂ 4 to 6 ਸੀ, ਹੁਣ 0 to 3 ਆ ਗਿਆ ਹੈ। Depending upon the Apgar scoring, the score 0 to 3 indicates severe depression, 4 to 6 score indicates moderate depression, and score 7 to 10 indicates no depression. So these are the clinical features. Next ਆਪਾਂ ਗੱਲ ਕਰਦੇ ਹਾਂ, ਜਦੋਂ ਇਹ ਕੰਡੀਸ਼ਨ ਹੋ ਜਾਂਦੀ ਹੈ ਪੇਸ਼ੈਂਟ ਦੀ, ਸਾਨੂੰ ਲੋੜ ਪੈਂਦੀ ਹੈ ਰਿਸੈਸੀਟੇਟ ਕਰਨ ਦੀ ਪੇਸ਼ੈਂਟ ਨੂੰ, ਬੱਚੇ ਨੂੰ, ਠੀਕ ਹੈ। ਪ੍ਰੀਪਰੇਸ਼ਨ ਆਫ ਰਿਸੈਸੀਟੇਸ਼ਨ ਦੀ ਆਪਾਂ ਗੱਲ ਕਰਦੇ ਹਾਂ। ਜਦੋਂ ਆਪਾਂ ਪੇਸ਼ੈਂਟ ਨੂੰ ਰਿਵਾਈਵ ਕਰਨਾ ਹੈ, ਉਹਦੀ ਲਾਈਫ ਸੇਵ ਕਰਨ ਲਈ ਆਪਾਂ ਕੋਸ਼ਿਸ਼ਾਂ ਕਰਨੀਆਂ ਨੇ, ਉਦੋਂ ਕੀ ਚੀਜ਼ ਚਾਹੀਦੀ ਹੈ ਸਾਨੂੰ, ਠੀਕ ਹੈ। The essential equipments and supplies of neonatal resuscitation are, ਫਸਟਲੀ ਸਾਨੂੰ ਇਕਵਿਪਮੈਂਟਸ ਚਾਹੀਦੇ ਹੈ, ਸਕਸ਼ਨ ਕੈਥੇਟਰ ਵਗੈਰਾ, ਠੀਕ ਹੈ। ਸਕਸ਼ਨ ਇਕਵਿਪਮੈਂਟਸ ਦੀ ਗੱਲ ਹੋ ਰਹੀ ਹੈ, ਲਾਈਕ ਮਿਊਕਸ ਐਸਪੀਰੇਟਰ, ਮਿਊਕਸ ਨੂੰ ਸਕ ਕਰਨ ਵਾਲਾ ਅੰਦਰੋਂ ਕੱਢਣ ਲਈ, ਠੀਕ ਹੈ। ਮੈਕੋਨੀਅਮ ਐਸਪੀਰੇਟਰ, ਅਗਰ ਬੱਚੇ ਨੇ ਮੈਕੋਨੀਅਮ ਐਸਪੀਰੇਟ ਕਰ ਲਿਆ, ਜਿਹਨੂੰ ਆਪਾਂ ਫਸਟ ਸਟੂਲ ਕਹਿੰਦੇ ਹਾਂ, ਠੀਕ ਹੈ। ਮਕੈਨੀਕਲ ਸਕਸ਼ਨ ਆਪਰੇਟਰਸ, ਸਕਸ਼ਨ ਕੈਥੇਟਰ ਐਂਡ 20 ml syringe। ਸੈਕਿੰਡ ਗੱਲ ਆਉਂਦੀ ਹੈ ਬੈਗ ਐਂਡ ਮਾਸਕ ਦੀ। ਸੋ ਬੈਗ ਐਂਡ ਮਾਸਕ ਫॉर ਨੀਓਨੇਟਲ ਰਿਸਸਟੇਸ਼ਨ ਆਕਸੀਜਨ ਸੋਰਸ ਹੁੰਦਾ ਹੈ ਵਿਦ ਫਲੋ ਮੀਟਰ, ਠੀਕ ਹੈ, ਐਂਡ ਟਿਊਬਿੰਗ। ਫੇਸ ਮਾਸਕ ਦੇ ਵਿੱਚ ਬੱਚੇ ਲਈ ਯੂਜ਼ ਕੀਤਾ ਜਾਂਦਾ ਹੈ ਫॉर ਬੋਥ ਪ੍ਰੀ ਟਰਮ ਐਂਡ ਟਰਮ ਬੇਬੀ ਲਈ। ਇੰਟੂਬੇਸ਼ਨ ਇਕਵਿਪਮੈਂਟਸ ਆਪਾਂ ਦੀ ਗੱਲ ਕਰਾਂਗੇ। ਇੰਟੂਬੇਟ ਕਰਨਾ ਪੇਸ਼ੈਂਟ ਨੂੰ ਲੋੜ ਪੈ ਜੇ ਤੇ, ਲਾਈਕ ਲੈਰਿੰਜੋਸਕੋਪ ਬੱਚੇ ਦਾ ਆਕਸੀਜਨ ਦੇ ਕਰਕੇ ਬ੍ਰੇਨ ਨੂੰ ਪ੍ਰੋਪਰ ਆਕਸੀਜਨ ਨਹੀਂ ਜਾ ਰਹੀ ਹੈ, ਠੀਕ ਹੈ। ਟਿਸ਼ੂ ਸੈਲਸ ਜਿਹੜੇ ਆ ਨੈਕਰੋਸਿਸ ਹੋਣ ਲੱਗ ਪੈਂਦੀ ਹੈ, ਡੈਥ ਹੋਣ ਲੱਗ ਪੈਂਦੀ ਹੈ ਬ੍ਰੇਨ ਡੈਮੇਜ ਹੋਣ ਤੋਂ ਪਹਿਲਾਂ, ਠੀਕ ਹੈ, ਬ੍ਰੇਨ ਡੈਡ ਹੋਣ ਤੋਂ ਪਹਿਲਾਂ। ਪੇਸ਼ੈਂਟ ਨੂੰ ਬਚਾਉਣ ਦੇ ਲਈ ਆਪਾਂ ਪੇਸ਼ੈਂਟ ਨੂੰ ਇੰਟੂਬੇਟ ਕੀਤਾ ਜਾਂਦਾ। ਲੈਰਿੰਗਸ ਦੇ ਵਿੱਚ ਇਟੀ ਟਿਊਬ ਪਾਈ ਜਾਂਦੀ ਹੈ, ਠੀਕ ਹੈ। ਇਹਦੇ ਵਿੱਚ ਸਾਨੂੰ ਕੀ ਚਾਹੀਦਾ ਹੈ? ਨੰਬਰ 0 ਚਾਹੀਦਾ ਵਾ ਸਟ੍ਰੇਟ ਬਲੇਡ ਫॉर ਪ੍ਰੀ ਟਰਮ, ਨੰਬਰ 1 ਫॉर ਟਰਮ ਬੇਬੀਜ਼, ਠੀਕ ਹੈ। ਹੋਰ ਕੀ ਚਾਹੀਦਾ ਇਹਦੇ ਵਿੱਚ? ਬੈਟਰੀਜ਼ ਚਾਹੀਦੀ ਹੈ ਲੈਰਿੰਜੋਸਕੋਪ ਦੇ ਵਿੱਚ ਪਾਉਣ ਲਈ ਐਕਸਟਰਾ। ਐਂਡੋਟ੍ਰੇਕੀਅਲ ਟਿਊਬਸ, ਠੀਕ ਹੈ, ਕਿਹੜੇ ਸਾਈਜ਼ ਦੀਆਂ? 2.5, 3.5, 4, ਠੀਕ ਹੈ। ਸਟਿਲੈਂਟ ਐਂਡ ਸੀਜ਼ਰਸ ਚਾਹੀਦੇ ਆ। ਨੈਕਸਟ ਆਪਾਂ ਗੱਲ ਕਰਦੇ ਹਾਂ ਮੈਡੀਕੇਸ਼ਨਸ ਦੀ ਕਿਹੜੀ ਲੋੜ ਪੈਂਦੀ ਹੈ। ਐਪੀਨੈਫ੍ਰਿਨ, ਠੀਕ ਹੈ, ਨੈਲੋਕਸਿਨ ਹਾਈਡਰੋਕਲੋਰਾਈਡ, ਨੋਰਮਲ ਸਲਾਈਨ ਚਾਹੀਦਾ, ਰਿੰਗਰ ਲੈਕਟੇਟ ਵੀ ਸਾਨੂੰ ਚਾਹੀਦਾ, ਜਿਹਨੂੰ ਆਪਾਂ ਆਰਲ ਕਹਿ ਦਿੰਦੇ ਹਾਂ। ਸੋਡੀਅਮ ਬਾਈਕਾਰਬੋਨੇਟ, ਸੋਡਾ ਬਾਈਕਾਰਬ ਕਹਿ ਦਿੰਦੇ ਹਾਂ। ਐਲਬੂਮਿਨ, ਡੈਕਸਟਰੋਸ 5%, 10%। ਸਟੇਰਾਈਲ ਵਾਟਰ ਦੇ ਐਂਪਿਊਲਸ ਚਾਹੀਦੇ ਆ, ਕੋਈ ਇੰਜੈਕਸ਼ਨ ਆਪਾਂ ਘੋਲਣਾ, ਡਿਲਿਊਟ ਕਰਨਾ, ਇਸ ਲਈ। ਡੋਪਾਮਿਨ ਜ਼ਰੂਰ ਚਾਹੀਦਾ ਬੀਪੀ ਦੇ ਲਈ, ਠੀਕ ਹੈ। ਸਲੋ ਇਨਫਿਊਜ਼ਨ ਪੰਪ ਸਾਨੂੰ ਚਾਹੀਦਾ, ਜਿਹਦੇ ਵਿੱਚ ਆਪਾਂ ਇਨਫਿਊਜ਼ਨ ਦੇ ਥਰੂ ਪੇਸ਼ੈਂਟ ਨੂੰ ਡਰਗ ਦਿੰਦੇ ਹਾਂ, ਠੀਕ ਹੈ। ਮਿਸਲੇਨੀਅਸ ਹੋਰ ਕਿਹੜੀਆਂ ਚੀਜ਼ਾਂ ਚਾਹੀਦੀਆਂ ਹੋਣਗੀਆਂ? ਲਾਈਕ ਪ੍ਰੀ ਵਾਰਮਡ ਲਿਨਨ ਚਾਹੀਦਾ ਬੱਚੇ ਨੂੰ ਗਰਮੈਸ਼ ਦੇਣ ਲਈ। ਟਾਵਲ ਸ਼ੋਲਡਰ ਰੋਲ, ਅਗਰ ਪੇਸ਼ੈਂਟ ਨੂੰ ਆਪਾਂ ਸੀਪੀਆਰ ਸਟਾਰਟ ਕਰਨਾ ਹੈ, ਦੈਨ ਏਅਰਵੇ ਦਾ ਪੇਟੈਂਟ ਰੱਖਣ ਲਈ ਸਾਨੂੰ ਸ਼ੋਲਡਰ ਦੇ ਥੱਲੇ ਰੱਖਣ ਲਈ ਇੱਕ ਟਾਵਲ ਚਾਹੀਦਾ ਹੋਊਗਾ, ਜੋ ਆਪਾਂ ਇਹਦੇ ਥੱਲੇ ਰੱਖ ਸਕਦੇ ਹਾਂ ਤਾਂ ਕਿ ਏਅਰਵੇ ਪੇਟੈਂਟ ਰਵੇ, ਠੀਕ ਹੈ। ਜਦੋਂ ਆਪਾਂ ਸੀਪੀਆਰ ਕਰੀਏ ਰੈਸਪੀਰੇਸ਼ਨ ਉਹਦਾ ਮੇਨਟੇਨ ਹੋਵੇ। ਰੇਡੀਐਂਟ ਵਾਰਮਰ ਚਾਹੀਦਾ, ਠੀਕ ਹੈ। ਸਟੈਥੋਸਕੋਪ, ਸਰਿੰਜਿਸ ਚਾਹੀਦੀਆਂ ਨੇ, ਨੀਡਲਸ, ਅੰਬਲਾਈਕਲ ਕੈਥੇਟਰਸ, 3-ਵੇ ਸਟੋਪਰਸ ਚਾਹੀਦੇ ਆ, ਗਲਵਸ, ਗੌਸ, ਰੂਮ ਥਰਮਾਮੀਟਰ ਚਾਹੀਦਾ ਹੈ। ਸਕਾਲਪ ਵੇਨ ਚਾਹੀਦੀ ਹੈ, ਠੀਕ ਹੈ। ਕਈ ਵਾਰੀ ਸਾਨੂੰ ਸਕਾਲਪ ਵੇਨ ਦੇ ਵਿੱਚ ਪਾਉਣਾ ਪੈਂਦਾ ਪੇਸ਼ੈਂਟ ਦਾ ਆਈਵੀ ਕੈਨਲਾ। ਨਿਓਨੇਟਲ ਏਅਰਵੇ ਟਿਊਬ ਐਂਡ ਸਪੌਟਲਾਈਟ ਚਾਹੀਦੀ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੇਸ਼ੈਂਟ ਨੂੰ ਆਪਾਂ ਰਿਸਰਚ ਕਰਨ ਤੋਂ ਪਹਿਲਾਂ TABC ਮੇਨਟੇਨ ਕਰਨਾ। T ਤੋਂ ਟੈਂਪਰੇਚਰ, A ਤੋਂ ਏਅਰਵੇ, B ਤੋਂ ਬਰੀਥਿੰਗ, C ਤੋਂ ਸਰਕੂਲੇਸ਼ਨ। ਸੋ ਟੈਂਪਰੇਚਰ ਦੀ ਗੱਲ ਕਰੀਏ, ਇਹਨੂੰ ਆਪਾਂ ਗਰਮ ਰੂਮ ਟੈਂਪਰੇਚਰ ਉਹਦਾ ਵਧੀਆ ਰੱਖਾਂਗੇ, ਵਾਰਮ ਕਰਾਂਗੇ, ਡਰਾਈ ਕਰਾਂਗੇ ਪੇਸ਼ੈਂਟ ਨੂੰ। ਅਗਰ ਵੈਟ ਹੈ ਬੇਬੀ, ਰਿਮੂਵ ਕਰਾਂਗੇ ਵੈਟ ਲਿਨਨ। A means
एयरवे, ठीक है, एयरवे मेनटेन करांगे पेशेंट दा, एस्टैब्लिश ऑफ एन ओपन एयरवे, पोजीशन द इन्फेंट, सक्शन द माउथ नोज, इफ नैसेसरी इंसर्ट एन ईटी ट्यूब टू इंश्योर ओपन एयरवे, अगर लोड पै रही है तो पेशेंट गैस करन लग पे ईटी ट्यूब इंसर्ट कर देनी है। नैक्सट आंदा बी ब्रीथिंग, टैक्टाइल स्टिमुलेशन टू इनिशिएट रेस्पिरेशन, ठीक है, पॉजिटिव प्रैशर वेंटिलेशन देवांगे बच्चे नूं आपां ना एयरवे मतलब मेनटेन कर चुके हैं, हुण ब्रीथिंग वो मेनटेन करवानी है, वो किद्दां देवांगे बैग एंड मास्क के नाल, ठीक है, बैग एंड मास्क नाल एम्बू बैग के नाल पंप करके उसकी रेस्पिरेशन मेनटेन करवानी है, ईटी ट्यूब, ठीक है। सी आंदी है गल सर्कुलेशन दी, मेनटेनेंस ऑफ सर्कुलेशन, स्टिमुलेट एंड मेनटेन द ब्लड सर्कुलेशन बाय चैस्ट कंप्रैशन, चैस्ट कंप्रैशन तुहानूं मैं CPR का टॉपिक पढ़ाया सी, उहदे विच भी दस्सिया सीगा, बट बच्चे दे विच ये चीज़ अलग हुंदी है, ਉਹਦੇ ਵਿੱਚ ਅਲੱਗ ਵੇ ਹੈ, ਇਹਦੇ ਵਿੱਚ ਅਲੱਗ ਵੇ ਹੈ। ਇਹਦੇ 'ਚ ਆਪਾਂ 2 ਫਿੰਗਰਸ ਦੇ ਨਾਲ ਚੈਸਟ ਨੂੰ ਕੰਪਰੈਸ ਕਰਦੇ ਜਾਂ ਫਿਰ ਵਿਦ ਥੰਬ, ਠੀਕ ਹੈ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਸਟੈਪਸ ਆਫ ਰਿਸਸੀਟੇਸ਼ਨ। ਹੁਣ ਰਿਸਸੀਟੇਟ ਕਿਵੇਂ ਕਰਨਾ ਹੈ, ਉਹਦੇ ਪ੍ਰੋਸੀਜਰ ਕਿਵੇਂ ਹੈ ਰਿਸਸੀਟੇਸ਼ਨ ਦਾ, ਠੀਕ ਹੈ। ਪਹਿਲਾਂ ਤਾਂ ਆਪਾਂ ਬੇਬੀ ਰਿਸੀਵ ਕੀਤਾ ਪ੍ਰੀ ਵਾਰਮਡ ਟਾਵਲ ਦੇ ਵਿੱਚ, ਡਰਾਈ ਕੀਤਾ ਬੇਬੀ ਨੂੰ, ਹੋਲ ਬॉडी ਨੂੰ, ਠੀਕ ਹੈ। नैक्सट आप देख लें पोजीशन बना दी पेशेंट दी, बेबी ऑन द बैक विद नैक स्लाइटली एक्सटेंडेड लाइक दैट, ठीक है, हैड टिल्ट एंड चिन लिफ्ट, ये वाला मैन्यूवर यूज़ करते हैं। हाइपर एक्सटेंशन या अंडर एक्सटेंशन आप नहीं यूज़ करना है। नैक्सट आप देखिए की कर सकते हैं, इफ द न्यूनेट हैज सक्रीशंस हैड शुड बी टर्न टू वन साइड, ठीक है, अगर सक्रीशंस बहुत ज़्यादा बच्चे दे आ रही हैं वो एस्पिरेट ना कर जे लंग्स टर्न चल जिस करके एक साइड ते आप टर्न कर दोगे हैड ओदा। नैवर कीप द बेबी हैड टू लो फॉर टू लॉन्ग टाइम, एवें नहीं रहन देना, वो ब्रेन नू ऑक्सीजन नहीं जानी है। दैन सक्शनिंग करांगे आप पेशेंट दी नोज तो एंड माउथ तो प्रॉपरली। सक्शन प्रैशर जिहड़ा वो हम शुड बी कैप्ट अराउंड 80 mm HT, ठीक है, दैट इज़ 100 सेंटीमीटर वाटर के अकॉर्डिंग होना चाहिए। एंड ट्रेकियल सक्शनिंग में बी नीडिड थ्रू एंडोट्रेकियल ट्यूब, अगर ईटी ट्यूब पा दी जाए वो थ्रू आप ट्रेकिया जो भी सक्रीशंस करनियां ने। दैन प्रोवाइड टैक्टाइल स्टिमुलेशन बाय स्लैपिंग, पेशेंट नू बच्चे नू आप पिछों की पिठ से थप्पड़ लगा सकते हैं। फ्लिकिंग द सोल्स मीनस बच्चे के पैर के तले ते आप इस तरह करके उन्होंने रुआन की कोशिश करनी ताकि वह रेस्पिरेशन लंग्स दे काम करन, ठीक है। रबिंग द इन्फेंट्स बैक, रब कर सकते हैं बैक नू, ठीक है। नैक्सट आंदा है यूजिंग फ्री फ्लो ऑक्सीजन बाय ब्लोइंग ओवर द इन्फेंट्स नोज सो दैट द बेबी ब्रैथ, ठीक है, ये आप ब्रैथ देनी है तो माउथ टू माउथ, ठीक है, या फिर बैक के थ्रू। उस तो बाद आप बेबी का हार्ट रेट रेस्पिरेशन चैक करांगे, स्किन कलर चैक करांगे कि ये चीज़ां करन नाल साडे जो इनिशिएटिव असीं लै रहे हैं उसदा फायदा हो रहा बच्चे नू। इवैल्यूएशन मतलब देखांगे, ठीक है, इवैल्यूएट करांगे। सो उस तो बाद बैग एंड मास्क की गल आ जाती है। बैग एंड मास्क वेंटिलेशन शुड बी स्टार्टेड इफ टैक्टाइल स्टिमुलेशन, इफ आफ्टर टैक्टाइल स्टिमुलेशन इन्फेंट इज स्टिल एपनिक, ठीक है, टैक्टाइल स्टिमुलेशन देने तो बावजूद बच्चा एपनिक है, बच्चा गैस ही कर रहा है, ठीक है, उत्थों पता लगूगा कि बच्चे नू ऑक्सीजन प्रॉपर नहीं जा रही, रेस्पिरेशन मेनटेन नहीं हो पा रहा। सो बैग मास्क वेंटिलेशन हो गया, ठीक है। नैक्सट अपन दी गल करते हैं चैस्ट कंप्रैशन दी। CPR आप देवांगे बच्चे नू नाल नाल। चैस्ट कंप्रैशन ऑलवेज बी परफॉर्मड अलॉन्ग विद वेंटिलेशन, 100% ऑक्सीजन देनी है दे विच। इट इज़ इंडिकेटेड इफ आफ्टर 15 to 30 minutes of PPV, that is positive pressure, ठीक है, with 100% ऑक्सीजन, the heart rate is 60 beats per minute और and not increasing। चैस्ट कंप्रैशन जिहड़े आ इनक्रीज कर देने चाहिए, ठीक है, तुहानूं लग रहा है कि हार्ट बीट्स नहीं प्रॉपर मेनटेन है, इनक्रीज कर देनी है चैस्ट कंप्रैशनस तो। आप ये विच थंब टैक्नीक में तुहानूं दस्सिया इस तरह करके बेबी का आप चैस्ट नूं इदां कंप्रैस करांगे, ठीक है, या 2 फिंगर्स के नाल लाइक दैट, ठीक है, कंप्रैस करांगे। प्रैशर इन्ना क पाना कि बेबी की रिब्स नूं असीं रप्चर नहीं करना, ठीक है। सो नैक्सट आप गल कर लेने ईटी ट्यूब, ठीक है, कंप्रैशन दे तो बाद आप मेनटेन किया चैस्ट CPR देने की कोशिश की बट नहीं कुछ भी होया, ईटी ट्यूब असीं पा दी है। ईटी ट्यूब की हुण आप गल कर लीए तो ईटी ट्यूब एंडोट्रेकियल इंटूबेशन इज ए स्पैशलाइज्ड स्किल्ड प्रोसीजर, ठीक है।
इट इज़ इंडिकेटेड व्हेन प्रोलॉन्ग्ड PPV इज रिक्वायर्ड। बैग और मास्क वेंटिलेशन इज इनइफेक्टिव, जो वो इनइफेक्टिव रहा वो प्रोसीजर दैन करांगे। ट्रैकियल सक्शन इज नीडिड, जो ट्रैकिया की सक्शनिंग करने की लोड़ है दैन सानू ETT पानी पैनी है, ठीक है। Appropriate size of the tube should be selected and must have vocal cord guide। ਮੈਡੀਕੇਸ਼ਨਸ ਦੀ ਹੁਣ ਆਪਾਂ ਦੇਖ ਲੈਂਦੇ, ਗੱਲ ਕਰ ਲੈਂਦੇ ਕਿਹੜੀ ਕੀ ਚਾਹੀਦਾ ਹੁੰਦਾ ਸਾਨੂੰ। ਲਾਈਕ all essential medicals should be kept in resuscitation room, should be administered aseptically, ठीक है। umbilical vein is preferred route via a catheter because scalp veins and extremities are difficult to approach, क्योंकि veins proper नहीं मिलणगियां बर्थ वेले बेबी ਨੂੰ एकदम ਉਹਦੀ veins नहीं दिखणगियां, सो ਅਸੀਂ umbilical ਦੇ थ्रू ਉਹਨੂੰ ਇੰਜੈਕਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ। no epinephrine and normal saline are commonly used in recommended doses। sodium bicarbonate should not be administered till the ventilation is established, ठीक है। सोडा बाइकार्ब उदों तक नहीं देना जो तक पेशेंट ਨੂੰ वेंटिलेट नहीं किया गया है। metabolic acidosis should be managed by oxygen and volume expander। ਆਪਾਂ ABG ਕਰਵਾਵਾਂਗੇ ਬੱਚੇ ਦਾ, ਉਹਦੇ ਵਿੱਚ ਆਪਾਂ pH, oxygen level, carbon dioxide, सोडा बाइकार्ब सब कुछ ਆਪਾਂ ਚੈੱਕ ਕਰਨਾ, ਉਹਦੇ ਅਕੋਰਡਿੰਗ ਹੀ ਆਪਾਂ ਪੇਸ਼ੈਂਟ ਨੂੰ फ्लूइड्स वगैरह चलाने, ठीक है। सो ये सारा सीगा बर्थ एसफिक्सिया दे फीचर्स ਆਪਾਂ ਪੜ੍ਹੇ ਆ ਤੇ ਰਿਸੈਸਿਟੇਸ਼ਨ ਪ੍ਰੋਸੀਜਰ ਪੜ੍ਹਿਆ ਇਨ ਬਰਥ ਐਸਫਿਕਸੀਆ ਆਫ ਅ ਨਿਊਨੇਟ। ਨੈਕਸਟ ਆਪਾਂ ਨੈਕਸਟ ਵਾਲੀ ਵੀਡੀਓ ਚ ਆਪਾਂ ਪੜਾਂਗੇ। ਸੋ ਥੈਂਕ ਯੂ ਸੋ ਮਚ।